ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਤੁਰਤ ਨਿਵਾਰਨ ਸ਼ਬਦ ਕਰੇ। ਵੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵੇ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਮ, ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਮ, ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦਿਰੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦਿਰੜਾਇਆ। ਸਤਿਗੁਰ ਗੁਰ ਪੂਰਾ ਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋ ਆਵੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਸਹਿਜ ਆਨੰਦ ਹੋ ਆਵੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਬੈਠੇ ਸਤਸੰਗੀ ਜਨੋ ਜੀ, ਫਤਿਹ ਦੀ ਸਾਂਝ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ 'ਤੇ ਸਾਨੂੰ ਗੁਰੂ ਕੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਹੋਇਆ ਹੈ। ਡਾਕਟਰ ਗੁਰਿੰਦਰ ਸਿੰਘ ਜੀ ਹੋਰਾਂ ਨੇ ਬੜੇ ਹੀ ਪਿਆਰ ਦੇ ਨਾਲ ਰਾਗ ਵਿਦਿਆ ਵਿੱਚ ਸਾਨੂੰ ਕੀਰਤਨ ਸਰਵਣ ਕਰਵਾਇਆ ਹੈ। ਨੌਜਵਾਨਾਂ ਵੱਲੋਂ ਗੁਰੂ ਕੀ ਸਾਧ ਸੰਗਤ ਵੱਲੋਂ ਹੁਕਮ ਹੋਇਆ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ 4 ਲਾਵਾਂ ਦਾ ਪਾਠ ਉਚਾਰਨ ਕੀਤਾ ਹੈ,
ਜਿਸ ਲਾਵਾਂ ਦੇ ਪਾਠ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ, ਲਾਵਾਂ ਦੇ ਪਾਠ ਦੀ ਵਿਆਖਿਆ ਗੁਰੂ ਜੀ ਦੀ ਕਿਰਪਾ ਨਾਲ ਕੀਤੀ ਜਾਏ। ਇੱਕ ਵਾਰੀ ਕਿਰਪਾ ਕਰੋ, ਸਾਰੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਭੱਟ ਸਾਹਿਬਾਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤ ਵਿੱਚ 10 ਸਵਈਏ ਉਚਾਰਨ ਕੀਤੇ ਹਨ। ਭੱਟ ਜੀ ਕਹਿੰਦੇ ਹਨ, ਸਭ ਤੋਂ ਪਹਿਲਾਂ ਮੈਂ ਉਸ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਦਾ ਹਾਂ। ਉਸ ਤੋਂ ਬਾਅਦ ਵਿੱਚ ਤਾਸ ਚਰਨ ਲੈ ਰਿਦੇ ਬਸਾਵੋ ਤੋਂ ਪਰਮ ਗੁਰੂ ਨਾਨਕ ਗੁਣ ਗਾਵੋ। ਪਰਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਣ ਗਾਉਂਦਾ ਹੈ। ਭੱਟ ਜੀ ਕਹਿੰਦੇ ਨੇ, ਗਾਵਹਿ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ। ਗੁਣਾਂ ਦੇ ਸਮੁੰਦਰ, ਗੁਣਾਂ ਦੇ ਸਾਗਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦਾ ਹਾਂ। ਦੁਰਤ ਨਿਵਾਰਨ ਸ਼ਬਦ ਸਰੇ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਸੁੱਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਨੂੰ ਮੈਂ ਯਾਦ ਕਰਦਾ ਹਾਂ। ਹਜ਼ੂਰ ਕਹਿੰਦੇ ਨੇ, ਗਾਵੇ ਗੰਭੀਰ ਧੀਰ ਮਤ ਸਾਗਰ। ਜੋਗੀ ਜੰਗਮ ਧਿਆਨ ਤਰੇ। ਬੜੇ ਬੜੇ ਗੰਭੀਰ ਅਵਸਥਾ ਵਾਲੇ ਜਿਹੜੇ ਜੋਗੀ ਹਨ, ਬੜੇ ਬੜੇ ਧੀਰਜ ਵਾਲੇ ਜਿਹੜੇ ਜੋਗੀ ਹਨ, ਉਹ ਵੀ ਗੁਰੂ ਨਾਨਕ ਦੇਵ ਜੀ ਨੂੰ ਗਾ ਰਹੇ ਹਨ। ਗਾਵੇ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਨ ਜਾਣਿਓ। ਇੰਦਰ ਜਿਹੜਾ ਦੇਵਤਿਆਂ ਦਾ ਰਾਜਾ ਹੈ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਿਹਾ ਹੈ। ਭੱਟ ਜੀ ਕਹਿੰਦੇ ਹਨ, ਗਾਵੇ ਜਨਕਾਦ ਜੁਗਤ ਜਗੇਸਰ। ਜਿਹੜਾ ਰਾਜਾ ਜਨਕ ਹੈ, ਇਹ ਵੀ ਬਾਬੇ ਨਾਨਕ ਜੀ ਦੇ ਗੁਣ ਗਾ ਰਿਹਾ ਹੈ। ਹਰ ਰਸ ਪੂਰਨ ਸਰਬ ਕਲਾ। ਜਨਕ ਰਾਜਾ ਵੀ ਕਹਿ ਰਿਹਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਰਸ ਨਾਲ ਭਰੇ ਹੋਏ ਸਨ। ਗਾਵੇ ਸਨਕਾਦ ਸਾਧ ਸਦਾਦਕ, ਮੁਣਜਨ ਗਾਵੇ ਛਲ ਛਲਾ। ਬ੍ਰਹਮਾ ਦੇ ਚਾਰੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾ ਰਹੇ ਹਨ। ਆਖਰੀ ਸਵਈਏ ਵਿੱਚ ਭੱਟ ਜੀ ਕਹਿੰਦੇ ਨੇ, ਗੁਣ ਗਾਵੇ ਨਵਨਾਥ। ਜਿਹੜੇ ਜੋਗੀਆਂ ਦੇ 9 ਨਾਥ ਹਨ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਹੇ ਹਨ। ਗੁਣ ਗਾਵੇ ਨਵਨਾਥ ਧੰਨ ਗੁਰ ਸਾਧ ਸਮਾਇਓ। ਭੱਟ ਜੀ ਕਹਿੰਦੇ ਨੇ, 9 ਦੇ 9 ਨਾਥ ਕਹਿੰਦੇ ਨੇ, ਹੇ ਬਾਬਾ ਨਾਨਕ ਜੀ, ਤੁਸੀਂ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਗਏ ਹੋ। ਧੰਨ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ। ਮਾਂ ਧਾਤਾ ਗੁਣ ਰਵੈ, ਜੀਣ ਚੱਕਰ ਵੈ ਕਹਾਇਓ। ਇੱਕ ਚੱਕਰਵਰਤੀ ਰਾਜਾ ਹੋਇਆ ਹੈ, ਜਿਹਦਾ ਨਾਮ ਮਾਂ ਧਾਤਾ ਸੀ। ਉਹ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਿਹਾ ਹੈ। ਭੱਟ ਜੀ ਕਹਿੰਦੇ ਨੇ, ਗੁਣ ਗਾਵੇ ਬਲਰਾਓ ਸਬਤ ਪਤਾਲ ਬਸੰਤੋ। ਜਿਹੜਾ ਰਾਜਾ ਬਲ ਹੈ, 7ਵੇਂ ਪਤਾਲ ਵਿੱਚ ਬੈਠਾ ਹੋਇਆ, ਇਹ ਵੀ ਬਾਬੇ ਨਾਨਕ ਜੀ ਦੇ ਗੁਣ ਗਾ ਰਿਹਾ ਹੈ। ਗੁਣ ਗਾਵੇ ਬਲਰਾਓ ਸਬਤ ਪਤਾਲ ਬਸੰਤੋ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ। ਜਿਹੜਾ ਭਰਥਰੀ ਜੋਗੀ ਹੈ, ਇਹ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਿਹਾ ਹੈ। ਭੱਟ ਜੀ ਕਹਿੰਦੇ ਨੇ, ਦੂਰ ਬਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ। ਦਰਭਾਸ਼ਾ ਰਿਸ਼ੀ ਵੀ ਬਾਬੇ ਨਾਨਕ ਦੇ ਗੁਣ ਗਾ ਰਿਹਾ ਹੈ। ਰਾਜਾ ਪੁਰੂ ਵੀ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਿਹਾ ਹੈ। ਅੰਗਰ ਰਿਸ਼ੀ ਇੱਕ ਹੋਇਆ ਹੈ, ਉਹ ਵੀ ਬਾਬੇ ਨਾਨਕ ਜੀ ਦੇ ਗੁਣ ਗਾ ਰਿਹਾ ਹੈ। ਭੱਟ ਜੀ ਕਹਿੰਦੇ ਨੇ, ਮੈਂ ਵੀ ਉਸ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਯਾਦ ਵਿੱਚ ਅਸੀਂ ਬੈਠੇ ਹਾਂ। ਹੁਣ ਪ੍ਰਬੰਧਕਾਂ ਵੱਲੋਂ, ਗੁਰੂ ਕੀ ਸਾਧ ਸੰਗਤ ਵੱਲੋਂ ਹੁਕਮ ਹੈ, ਜਿਹੜੀਆਂ 4 ਲਾਵਾਂ ਦਾ ਪਾਠ ਕਰਕੇ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ
ਉਹਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਰਾਗ ਸੂਹੀ ਵਿੱਚ ਲਾਵਾਂ ਹਨ। ਸੂਹੀ ਮਹੱਲਾ ਚੌਥਾ ਸੂਹੀ ਰਾਗ ਹੈ। ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਹੈ। ਹਜ਼ੂਰ ਕਹਿੰਦੇ ਨੇ ਹਰ ਪਹਿਲੜੀ ਲਾ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਸਾਧ ਸੰਗਤ ਭਾਈ ਕਾਹਨ ਸਿੰਘ ਜੀ ਨਾਭਾ ਉਹਨਾਂ ਨੇ ਮਹਾਨ ਕੋਸ਼ ਦਾ ਗ੍ਰੰਥ ਲਿਖਿਆ ਹੈ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਨੇ 8 ਤਰ੍ਹਾਂ ਦੇ ਵਿਆਹ ਕੀਤੇ ਜਾਂਦੇ ਸਨ ਹਿੰਦੁਸਤਾਨ ਦੀ ਧਰਤੀ ਤੇ। ਇਹ ਬ੍ਰਹਮ ਵਿਆਹ ਹੈ, ਦੂਜਾ ਦੇਵ ਵਿਆਹ ਹੈ, ਅਸੁਰ ਵਿਆਹ ਹੈ, ਪ੍ਰਜਾਪਤ ਵਿਆਹ ਹੈ, ਗੰਧਰਵ ਵਿਆਹ ਹੈ, ਰਾਖਸ਼ ਵਿਆਹ ਹੈ, ਤੇ 8ਵੀਂ ਕਿਸਮ ਦਾ ਵਿਆਹ ਹੈ ਪੈਸ਼ਾਚ। ਵੱਖਰੇ ਵੱਖਰੇ ਤਰ੍ਹਾਂ ਦੇ ਇਹ ਵਿਆਹ ਸਨ ਔਰ ਗੁਰਮਤ ਨੇ ਉਹਨਾਂ 8 ਵਿਆਹਾਂ ਨੂੰ ਨਾ ਪ੍ਰਵਾਨ ਕੀਤਾ ਹੈ, ਨਹੀਂ ਮਨਜ਼ੂਰ ਕੀਤਾ। ਔਰ ਇਹ 8 ਦੇ 8 ਵਿਆਹ ਜਿਹੜੇ ਨੇ ਇਹ ਇਸਤਰੀ ਜਾਤੀ ਤੇ ਬਹੁਤ ਵੱਡਾ ਜ਼ੁਲਮ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ 8 ਵਿਆਹਾਂ ਨੂੰ ਨਾ ਪ੍ਰਵਾਨ ਕੀਤਾ ਹੈ। ਇਸ ਕਾਰਜ ਨੂੰ ਆਨੰਦ ਕਾਰਜ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਦਿੱਤਾ ਗਿਆ। ਸਾਧ ਸੰਗਤ ਜਦੋਂ ਬਾਕੀ ਇਤਿਹਾਸ ਦੇ ਪੰਨੇ ਪੜ੍ਹੀਦੇ ਹਨ, ਅੱਜ ਵੀ ਜਦੋਂ ਕੋਈ ਅੰਕੜੇ ਕੱਢੇ ਜਾਂਦੇ ਹਨ, ਬੜੇ ਧਿਆਨ ਨਾਲ ਸਰਵਣ ਕਰਨਾ। ਹਿੰਦੁਸਤਾਨ ਪਹਿਲੇ ਨੰਬਰ ਤੇ ਆਇਆ ਹੈ ਭਰੂਣ ਹੱਤਿਆ ਕਰਨ ਵਿੱਚ। ਸਾਰੇ ਵਰਲਡ ਚੋਂ ਹਿੰਦੁਸਤਾਨ ਪਹਿਲੇ ਨੰਬਰ ਤੇ ਆਇਆ ਭਰੂਣ ਹੱਤਿਆ ਵਿੱਚ। ਮੈਂ ਕਈ ਵਾਰੀ ਸੋਚਦਾ ਹਾਂ ਵੀ ਇਸ ਭਰੂਣ ਹੱਤਿਆ ਦੇ ਪਿੱਛੇ ਬੜੇ ਬੜੇ ਪੈਗੰਬਰਾਂ ਦਾ ਵੀ ਹੱਥ ਸੀ। ਇਸਤਰੀ ਜਾਤੀ ਨੂੰ ਇੰਨਾ ਨਰਾਦਰਿਆ ਗਿਆ, ਇੰਨਾ ਨੀਵਾਂ ਵਿਖਾਇਆ ਗਿਆ। ਇੱਕ ਜੈਨ ਧਰਮ ਹੈ, ਜੈਨ ਧਰਮ ਦੇ ਆਗੂ ਪੈਗੰਬਰ ਕਹਿੰਦੇ ਨੇ ਜਿਹੜੀ ਇਸਤਰੀ ਹੈ ਇਹ ਰੱਬ ਨਾਲ ਇੱਕ ਮਿਕ ਨਹੀਂ ਹੋ ਸਕਦੀ। ਇਸਤਰੀ ਨੂੰ ਇੱਕ ਜਨਮ ਮਨੁੱਖ ਦਾ ਲੈਣਾ ਪਏਗਾ, ਫਿਰ ਇਹ ਜਿਹੜੀ ਇਸਤਰੀ ਰੱਬ ਨਾਲ ਇੱਕ ਮਿਕ ਹੋ ਸਕਦੀ ਹੈ। ਇਹ ਜੈਨ ਧਰਮ ਦਾ ਪੈਗੰਬਰ ਕਹਿੰਦਾ ਇਸਤਰੀ ਰੱਬ ਨਾਲ ਇੱਕ ਮਿਕ ਨਹੀਂ ਹੋ ਸਕਦੀ। ਯੂਨਾਨ ਦਾ ਫਿਲਾਸਫਰ ਜਿਹੜਾ ਅਰਸਤੂ ਹੈ ਉਹ ਕਹਿੰਦਾ ਇਹ ਕੁਦਰਤ ਦੀ ਬੜੀ ਵੱਡੀ ਗਲਤੀ ਹੈ, ਇਸਤਰੀ ਇੱਕ ਨਾਮੁਕੰਮਲ ਸ਼ੈ ਹੈ। ਜਰਮਨ ਦਾ ਇੱਕ ਫਿਲਾਸਫਰ, ਉਹਦਾ ਨਾਮ ਗਿੱਟੇ ਸੀ, ਗਿੱਟੇ ਕਹਿੰਦਾ ਹੈ ਇਸਤਰੀ ਵਿੱਚ ਰੂਹ ਨਹੀਂ ਹੁੰਦੀ। ਹਜ਼ਰਤ ਮੁਹੰਮਦ ਸਾਹਿਬ ਨੇੜੇ ਹੀ ਸਾਡੇ ਮੁਲਕ ਪਾਕਿਸਤਾਨ ਹੈ। ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਜੇ ਮਨੁੱਖ ਨੇ ਗਵਾਹੀ ਦੇਣੀ ਹੋਵੇ ਇੱਕ ਦੇਵੇਗਾ, ਜੇ ਇੱਕ ਮਨੁੱਖ ਦੇ ਬਰਾਬਰ ਤੇ ਇਸਤਰੀ ਨੇ ਗਵਾਹੀ ਦੇਣੀ ਹੋਵੇ ਤੇ 2 ਇਸਤਰੀਆਂ ਗਵਾਹੀ ਦੇਣਗੀਆਂ। ਮਹਾਤਮਾ ਬੁੱਧ ਜੀ ਦਾ ਧਰਮ ਪੜ੍ਹ ਕੇ ਆਤਮਾ ਕੰਬ ਉੱਠਦੀ ਹੈ। ਮਹਾਤਮਾ ਬੁੱਧ ਜੀ ਕਹਿੰਦੇ ਨੇ ਜੇ ਕੋਈ ਇਸਤਰੀ ਪਾਣੀ ਵਿੱਚ ਡੁੱਬ ਰਹੀ ਹੋਵੇ, ਇਸਤਰੀ ਗੋਤੇ ਖਾ ਰਹੀ ਹੋਵੇ, ਮੇਰਾ ਭਿਕਸ਼ੂ ਉਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੇ, ਭਾਵ ਕਿ ਇਸਤਰੀ ਡੁੱਬ ਰਹੀ ਹੋਵੇ, ਮੇਰਾ ਭਿਕਸ਼ੂ ਬਚਾਉਣ ਦੀ ਕੋਸ਼ਿਸ਼ ਨਾ ਕਰੇ। ਰਾਮਾਨੁਜ ਜਿਹੜਾ ਸ਼ੰਕਰਾਚਾਰੀਆ ਸੀ, ਉਹਦੇ ਧਰਮ ਵਿੱਚ ਵੀ ਇਸਤਰੀ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਸੀ। ਵੱਖਰੇ ਵੱਖਰੇ ਤਰ੍ਹਾਂ ਕਿਸੇ ਧਰਮ ਨੇ ਇਸਤਰੀ ਨੂੰ ਕਲੰਕ ਨਹੀਂ ਆਖਿਆ ਹੈ, ਰਾਜੇ ਨੂੰ ਨੇਹ ਕਲੰਕ ਆਖਿਆ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਜੇ ਇਸਤਰੀ ਦੇ ਸਾਰੇ ਜੀਵਨ ਵਾਲੇ ਝਾਤੀ ਮਾਰ ਕੇ ਦੇਖੀਏ ਔਰ ਇਸਤਰੀ ਦਾ ਇਸ ਸਮਾਜ ਤੇ ਜਗਤ ਤੇ ਬੜਾ ਵੱਡਾ ਇਹਸਾਨ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਜਦੋਂ ਇਸਤਰੀ ਇੱਕ ਧੀ ਦੇ ਰੂਪ 'ਚ ਹੁੰਦੀ ਹੈ, ਜਿਸ ਘਰ ਵਿੱਚ 20 22 ਸਾਲ 24 ਸਾਲ ਰਹਿੰਦੀ ਹੈ, ਜਦੋਂ ਇਹ ਧੀ ਦੇ ਰੂਪ 'ਚ ਹੁੰਦੀ ਹੈ, ਆਨੰਦ ਕਾਰਜ ਤੋਂ ਇੱਕ ਰਾਤ ਪਹਿਲਾਂ ਵੀ ਇਹਨੂੰ ਸ਼ੱਕ ਨਹੀਂ ਪੈਂਦਾ ਵੀ ਇਹ ਘਰ ਮੇਰਾ ਨਹੀਂ ਹੈ। ਪਿਤਾ ਦੇ ਘਰ ਵਿੱਚ
ਕੱਚ ਦਾ ਗਲਾਸ ਵੀ ਟੁੱਟ ਜਾਏ, ਦੀਵਾਰ ਨਾਲ ਸਿਰ ਲਾ ਕੇ ਬੈਠ ਜਾਂਦੀ ਹੈ ਵੀ ਮੇਰੇ ਕੋਲੋਂ ਮਾਪਿਆਂ ਦੇ ਘਰ ਦਾ ਨੁਕਸਾਨ ਹੋ ਗਿਆ ਹੈ। ਜਿਹੜੀ ਮੈਂ ਰੀਤ ਦੱਸਣ ਲੱਗਾ ਇਹ ਗੁਰਮਤਿ ਦੀ ਰੀਤ ਤੇ ਨਹੀਂ, ਪਰ ਕੁਝ ਸਮਾਜਿਕ ਰੀਤਾਂ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਮਤਲਬ ਹੁੰਦਾ ਸੀ। ਪਹਿਲੇ ਸਾਡੇ ਘਰਾਂ ਵਿੱਚੋਂ ਡੋਲੀਆਂ ਤੁਰਨੀਆਂ, ਜਦੋਂ ਇਸਤਰੀ ਨੇ, ਜਦੋਂ ਕੁੜੀ ਨੇ ਤੁਰ ਲੱਗਣਾ, ਉਹਨੂੰ ਇੱਕ ਬਰਤਨ ਵਿੱਚ ਚੌਲ ਪਾ ਕੇ ਦੇਣੇ ਜਾਂ ਦਾਣੇ ਪਾ ਕੇ ਦੇਣੇ, ਤੇ ਵਿਆਹ ਵਾਲੀ ਕੁੜੀ ਨੇ ਤੁਰ ਲੱਗਿਆਂ ਆਪਣੇ ਸਿਰ ਦੇ ਉੱਪਰ ਪਛਾਣ ਦਾਣੇ ਸੁੱਟਣਾ। ਅਸੀਂ ਆਪਣੇ ਉਸਤਾਦ ਜੀ ਨੂੰ ਪੁੱਛਿਆ ਵੀ ਇਹਦਾ ਭਾਵ ਕੀ ਸੀ, ਇਹ ਜਿਹੜੀ ਸਮਾਜਿਕ ਰੀਤੀ ਹੈ। ਤੇ ਸਾਡੇ ਉਸਤਾਦ ਜੀ ਨੇ ਪ੍ਰਿੰਸੀਪਲ ਪ੍ਰਕਾਸ਼ ਸਿੰਘ ਦੱਸਣ ਲੱਗੇ, ਬੇਟਾ ਇਸਤਰੀ ਜਦੋਂ ਧੀ ਦੇ ਰੂਪ 'ਚ ਹੁੰਦੀ ਹੈ ਤੇ ਸਹੁਰੇ ਘਰ ਜਾਣ ਲੱਗਦੀ ਹੈ, ਇੱਕ ਸਮਾਜਿਕ ਰੀਤੀ ਸੀ, ਕਿਸੇ ਧਰਮ ਦੀ ਰੀਤ ਨਹੀਂ ਹੈ। ਜਦੋਂ ਕੁੜੀ ਸਹੁਰੇ ਘਰ ਤੁਰ ਲੱਗਦੀ ਹੈ, ਆਪਣੇ ਉੱਪਰ ਦੀ ਦਾਣੇ ਪਛਾਣ ਨੂੰ ਸੁੱਟਦੀ ਹੈ, ਜਿਹਦਾ ਭਾਵ ਹੁੰਦਾ ਵੀ ਮੇਰੇ ਪਿਤਾ, ਮੇਰੇ ਬਾਬਲਾ, ਮੈਂ ਤੇ ਤੁਰ ਚੱਲੀ ਹਾਂ ਪਰ ਤੇਰਾ ਵਿਹੜਾ ਭਰਿਆ ਹੀ ਰਹੇ, ਤੇਰਾ ਘਰ ਵਸਦਾ ਰਹੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਇੱਕ ਭੈਣ ਦੇ ਰੂਪ 'ਚ ਹੁੰਦੀ ਹੈ ਤੇ ਛੋਟੀ ਛੋਟੀ ਗੱਲੇ ਕੁੜੀਆਂ ਨੂੰ ਇੱਕ ਆਦਤ ਹੁੰਦੀ ਸੀ, ਵੀਰ ਦੀ ਸਹੁੰ ਖਾ, ਵੀਰ ਦੀ ਸਹੁੰ ਖਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਇੱਕ ਭੈਣ ਦਾ ਵੀਰ ਨਹੀਂ ਸੀ, ਔਰ ਉਹਨੇ ਮਿੱਟੀ ਗਿੱਲੀ ਕਰਕੇ ਥੋੜਾ ਜਿਹਾ ਬੁੱਤ ਬਣਾਇਆ ਔਰ ਉਹਨੂੰ ਰੱਬ ਸਮਝ ਕੇ ਗੋਡੇ ਟੇਕ ਕੇ ਜਿਹੜੀ ਅਰਦਾਸ ਕੀਤੀ, ਉਹ ਪੰਜਾਬ ਦਾ ਇੱਕ ਗੀਤ ਬਣ ਗਿਆ। ਇੱਕ ਵੀਰ ਦਈ ਵੇ ਰੱਬਾ ਸਹੁੰ ਖਾਣ ਨੂੰ ਬੜਾ ਜੀ ਕਰਦਾ। ਭਾਈ ਵੀਰ ਸਿੰਘ ਕਹਿੰਦੇ ਨੇ ਜਦੋਂ ਇਹ ਇਸਤਰੀ ਦੇ ਰੂਪ 'ਚ ਹੁੰਦੀ ਹੈ, ਇਹਦਾ ਆਨੰਦ ਕਾਰਜ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੀ ਆ, ਮਹਾਰਾਜ ਰੂਖੋ ਭੋਜਨ ਭੂਮ ਸੈਣ ਸਖੀ, ਪ੍ਰਿਆ ਸੰਗ ਸੂਖ ਬਿਹਾਰ। ਜਦੋਂ ਕੁੜੀ ਨੂੰ ਪਤਨੀ ਦੇ ਰੂਪ 'ਚ ਬਿਠਾਇਆ ਜਾਵੇ ਗੁਰੂ ਗ੍ਰੰਥ ਸਾਹਿਬ ਅੱਗੇ, ਇਹ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੀ ਆ, ਮਹਾਰਾਜ ਮੈਂ ਰੁੱਖਾ ਭੋਜਨ ਖਾ ਲਵਾਂਗੀ, ਮੈਂ ਭੁੰਜੇ ਵੀ ਸੌਂ ਲਵਾਂਗੀ। ਰੂਖੋ ਭੋਜਨ ਭੂਮ ਸੈਣ ਸਖੀ, ਪ੍ਰਿਆ ਸੰਗ ਸੂਖ ਬਿਹਾਰ। ਪਰ ਮੇਰੀ ਜਿਹੜੀ ਉਮਰ ਹੈ ਆਪਣੇ ਪਤੀ ਦੀ ਛਾਇਆ ਹੇਠ ਬਤੀਤ ਹੋਵੇ, ਸਾਰੀ ਜ਼ਿੰਦਗੀ ਮੈਂ ਪਤੀ ਦੀ ਛਾਇਆ ਮਾਣਦੀ ਰਹਾਂ। ਰੂਖੋ ਭੋਜਨ ਭੂਮ ਸੈਣ ਸਖੀ, ਪ੍ਰਿਆ ਸੰਗ ਸੂਖ ਬਿਹਾਰ। ਮੇਰੀ ਜ਼ਿੰਦਗੀ ਉਹਦੇ ਨਾਲ ਸੁੱਖਾਂ ਦੀ ਬਤੀਤ ਹੋਵੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਜਦੋਂ ਫਿਰ ਇਹ ਮਾਂ ਬਣਦੀ ਹੈ, ਬੱਚੇ ਦਾ ਅਜੇ ਜਨਮ ਨਹੀਂ ਹੋਇਆ ਹੁੰਦਾ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਭਾਈ ਸਾਹਿਬ ਕਹਿੰਦੇ ਨੇ, ਮਾਤ ਪਿਤਾ ਮਿਲ ਨਿਮਿਆ, ਆਸਾਵੰਤੀ ਉਦਰ ਮੁਝਾਰੇ। ਜਦੋਂ ਮਾਂ ਬਣਨ ਵਾਲੀ ਹੁੰਦੀ ਹੈ, ਬੱਚਾ ਅਜੇ ਜਨਮਿਆ ਨਹੀਂ, ਬੱਚਾ ਅਜੇ ਉਦਰ ਵਿੱਚ ਹੈ, ਤੇ ਛੋ ਛੋ ਕੇ ਪੈਰ ਧਰਦੀ ਹੈ, ਮੇਰੇ ਕਿਤੇ ਪੁੱਤਰ ਦਾ ਨੁਕਸਾਨ ਨਾ ਹੋ ਜਾਏ। ਮਾਤ ਪਿਤਾ ਮਿਲ ਨਿਮਿਆ, ਆਸਾਵੰਤੀ ਉਦਰ ਮੁਝਾਰੇ। ਛੋ ਛੋ ਧਰਨ ਤਰਿਆ ਪਗ ਤਾਰੇ। ਆਸਾਂ ਲਾ ਕੇ ਬੈਠ ਜਾਂਦੀ ਹੈ, ਸਾਡੇ ਘਰ ਪੁੱਤਰ ਹੋਵੇਗਾ, ਇਹਨੂੰ ਵਿਆਹਾਂਗੇ ਔਰ ਇਹਨੂੰ ਪੜ੍ਹਾਵਾਂਗੇ, ਇਹਨੂੰ ਤਾਲੀਮ ਦਿਆਂਗੇ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਇਹਨੂੰ ਕਿਸੇ ਪੱਖ ਤੇ ਵੇਖ ਲਓ। ਇਸੇ ਕਰਕੇ ਬਾਬਾ ਨਾਨਕ ਜੀ ਨੇ ਆਖਿਆ, ਸੋ ਕਿਉ ਮੰਦਾ ਆਖੀਐ ਜਿਤ ਜੰਮਿਆ ਰਜਾਨ। ਆ ਜਿਹੜੇ ਜੋਗੀ ਲੋਕ ਸਾਡੇ ਘਰਾਂ 'ਚ ਮੰਗਦੇ ਫਿਰਦੇ ਹਨ, ਇਹ ਜੋਗੀ ਇਸਤਰੀ ਨੂੰ ਬਗਿਆੜੀ ਕਹਿੰਦੇ ਹੁੰਦੇ ਸੀ, ਬਗਿਆੜੀ। ਪਰ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨੂੰ ਬੜਾ ਵਡਿਆਇਆ ਔਰ ਇਹਦੇ ਸਾਨਣ ਨੂੰ ਚੇਤੇ ਕਰਕੇ ਆਖਿਆ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮਿਆ ਰਜਾਨ। ਕਿਸੇ ਧਰਮ ਨੇ ਇਸਤਰੀ ਨੂੰ ਚਰਨ ਦਾਸੀ ਆਖਿਆ ਹੈ ਵੀ ਇਹ ਚਰਨਾਂ ਦੀ ਦਾਸੀ ਹੈ। ਗੁਰਮਤ ਨੇ ਇਹ ਹੋਕਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਉਹ ਭਾਈ ਗ੍ਰਸਤ ਇੱਕ ਗੱਡੀ ਹੈ, ਜਿਵੇਂ ਇੱਕ ਗੱਡੀ ਦੇ ਦੋ ਪਹੀਏ ਬਰਾਬਰ ਹੋਣ ਤਾਂ ਹੀ ਗੱਡੀ ਚੱਲ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਦੇ ਧਰਮ ਵਿੱਚ ਇਸਤਰੀ ਦਾ ਮਾਣ ਸਤਿਕਾਰ ਕਾਇਮ ਰੱਖਣ ਵਾਸਤੇ ਇਸ ਕਾਰਜ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ,
चार लावां उचारण कीतियां ने। हजूर कहंदे ने हर पहलनी लाम, पहली लाम केड़ी लाम है? प्रवृत्ति कर्म दृढ़ाया बलराम जियो। साध संगत पहली लाम ओनू कहंदे ने जदों परमेश्वर अपने नाम जपण दे आहर विच किसी नूं ला दे। मैं एक बेनती करांगा भी ये जिहड़ियां चार लावां हन, पति अते पत्नी नूं वसीला बना के गल गुरु जी ने परमार्थ दी कीती है। असी सारे ही मनुख जीव इस्त्रियां हाँ, पति साडा एक परमेश्वर है। हर एक जीव इस्त्री दा ओहदे नाल वाह पैना है। ते जीव इस्त्री नूं की करना चाहिए है? धन गुरु रामदास कहंदे ने जदों पहली लाम पढ़ी जाए, समझ लो कि इस गृहस्थी जोड़े दे गृहस्थी मार्ग का मुढ़ बज गया। एक लाम पढ़द्या सार ही गृहस्थी जीवन इन्हां दोनों का आरंभ हो गया। धन गुरु रामदास महाराज कहंदे ने मेरा परमेश्वर जिन्हों नाम जपण दे आहर विच ला दे, समझ लो भी परमात्मा दे मिलाप का मुढ़ बज गया। जिवें पति अते पत्नी एक लाम लैंदे ने और समझ लो भी इन्हां दे गृहस्थी जीवन का मुढ़ बज गया। इसे तरह प्रवृत्ति कर्म दृढ़ाया बलराम जीओ, जिन्हों मेरा मालक नाम जपण दे आहर विच ला दे, समझ लो भी इहदी पहली लाम उस परमेश्वर दे नाल हो गई। हजूर कहंदे ने बाणी ब्रह्मा वेद धर्म दृढ़ो। जिहड़ी बाणी है सिख वास्ते यही ब्रह्मा दे चार वेद हैं। धर्म दृढ़ हो, हजूर कहंदे ने ये जिहड़ा धर्म है इनू अपने अंदर पक्की तौर ते दृढ़ कर लो। पापत जाया बलराम जियो। जिहड़ा बंदा धर्म च परपक्क रहिंदा है, अपने अंदर इस धर्म नू टिका लैंदा है, नाम जपण वाले धर्म नू, उहदे पापां दा नाश हो जाता है। धर्म दृढ़ो हर नाम त्यावो। हजूर कहंदे ने हे भाई, ये जिहड़ा नाम जपण वाला धर्म है इनू अपने अंदर पक्का करो। धर्म दृढ़ो हर नाम त्यावो। हजूर कहंदे ने परमेश्वर दा नाम ध्याया करो। सिमरत नाम दृढ़ाया। परमेश्वर दा नाम जपना ही गुरु जी ने आख्या यही है सिमरतियां दा अध्यान, यही है वेदां दा पाठ। सतगुर गुर पूरा राधो। धन गुरु रामदास महाराज कहंदे ने एक पति अते पत्नी नूं सिक्ख्या देण दे बहाने हजूर कहंदे ने हे जीव इस्त्रीए, जिहड़ा पूरा गुरु है इनू चेते रखिया कर। पूरे गुरु दे उपदेश नूं चेते रखिया कर। साध संगत पूरे गुरु दा उपदेश की है? भाई वीर सिंह जी कहंदे ने जिवें गुरु नानक देव जी कहंदे ने भी जिवें दुनिया में हर चीज़ नकल मिल जाती है, इस तरह धर्म की दुनिया में नकली गुरु भी मिल जाते हैं। केते गुर चेले पुण हुआ, काचे गुर ते मुगत न हुआ। बाबा नानक जी कहते ने गुरु भी बड़े हुए ने, चेले भी बड़े हुए ने, पर कच्चे गुरु को अजे तक किसी को मुक्ति नहीं मिली। जिन्ना चिर चंदन का बूटा कच्चा होवे उहदे चों खुशबू नहीं आउंदी। जे फल कच्चा होवे पेट नूं खराब करता है, कोला कच्चा होवे उहदी अग दा धुआं अखां नूं खराब कर दिंदा है। हजूर कहंदे ने भाई जिहड़ा पूरा गुरु है, भाव के साडे वड्डे गुरु सब ते वड्डा सतगुरु नानक जिन कल राखी मेरी। गुरु रामदास महाराज कहंदे ने जिहड़ा साडा पूरा गुरु है उहनूं चेते रखिया करो, उहदे उपदेश नूं चेते रखिया करो। साध संगत मैं संगत नूं एक खेचल देंगा और साडे पूरे गुरु का उपदेश की है। असी कहने ना कलयुग आ गया, कलयुग आ गया, तो धन गुरु ग्रंथ साहब जी महाराज कहते ने भाई जे कलयुग आ गया तो एक काम करो। वेख्या जदों ट्यूबल नहीं सी हुंदे, नहरां नहीं सी हुंदियां ते बरानी पैली हुंदी सी। जदों सौण दा मींह वरना ते जिमींदार आखना ओए मुंडियो हाल जोगो छेती छेती वत्र सांभीए। ते हजूर सच्चे पातशाह महाराज कहंदे ने भाई एक नाम बीजन की जिहड़ी नाम की फसल है इनू बीजन का मौका आ गया है।
ਤੁਸੀਂ ਕਹਿੰਦੇ ਹੋ ਕਲਯੁਗ ਆ ਗਿਆ, ਹਜ਼ੂਰ ਕਹਿੰਦੇ ਨੇ ਇੱਕ ਨਾਮ ਦੀ ਫਸਲ ਬੀਜੋ। ਸਾਰੀ ਸੰਗਤ ਪਿੱਛੇ ਉੱਚੀ ਉੱਚੀ ਬੋਲਿਓ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਬ ਕਲੂ ਆਇਓ। ਕਣਕ ਬੀਜਣ ਦੀ ਰੁੱਤ ਹੋਰ ਹੈ, ਝੋਨਾ ਬੀਜਣ ਦੀ ਰੁੱਤ ਹੋਰ ਹੈ, ਕਮਾਦ ਬੀਜਣ ਦੀ ਰੁੱਤ ਹੋਰ ਹੈ। ਨਾਮ ਦੀ ਫਸਲ ਬੀਜਣ ਦੀ ਇੱਕੋ ਹੀ ਰੁੱਤ ਹੈ, ਉਹ ਰੁੱਤ ਹੈ ਮਾਨਸ ਜਨਮ। ਅਨਰੁੱਤ ਨਾਹੀ ਨਾਹੀ, ਅਨਰੁੱਤ ਨਾਹੀ ਨਾਹੀ, ਅਨਰੁੱਤ ਨਾਹੀ। ਪਿੱਛੇ ਜੇ ਕੈਨੇਡਾ ਦੀ ਧਰਤੀ ਤੇ ਮੈਂ ਇੱਕ ਮੈਗਜ਼ੀਨ ਪੜ੍ਹਿਆ ਵੀ ਜਿਹੜਾ ਸਾਹਬ ਲਾ ਲਓ ਵੀ ਜਿਹੜਾ ਸਾਡੇ ਇੰਡੀਆ ਦੀ ਕਰੰਸੀ ਹੈ, ਹਿੰਦੁਸਤਾਨ ਦਾ 3 ਕਰੋੜ ਰੁਪਈਆ ਬਣੇ, ਫਿਰ ਇੱਕ ਘੋੜੇ ਦਾ ਮੁੱਲ ਪਿਆ। ਘੋੜਾ ਭਾਵੇਂ 20 ਕਰੋੜ ਦਾ ਹੋ ਜਾਏ, ਨਾ ਉਹ ਗੁਰਦੁਆਰੇ ਆ ਸਕਦਾ, ਨਾ ਉਹ ਬਾਣੀ ਪੜ੍ਹ ਸਕਦਾ, ਨਾ ਉਹ ਅੰਮ੍ਰਿਤ ਵੇਲੇ ਉੱਠ ਸਕਦਾ, ਨਾ ਉਹ ਪਰਮੇਸ਼ਰ ਦਾ ਸਿਮਰਨ ਕਰ ਸਕਦਾ। ਹਜ਼ੂਰ ਕਹਿੰਦੇ ਨੇ ਭਾਈ ਇੱਕ ਮਾਨਸ ਜਨਮ ਦੀ ਰੁੱਤ ਹੈ, ਜਿਸ ਰੁੱਤ ਵਿੱਚ ਤੂੰ ਨਾਮ ਦੀ ਫਸਲ ਬੀਜ ਸਕਦਾ ਹੈ। ਮਨ ਰੁੱਤ ਨਾਮ ਰੇ, ਮਨ ਰੁੱਤ ਨਾਮ ਰੇ, ਮਨ ਰੁੱਤ ਨਾਮ। ਮਤ ਪਰਮ ਭੂਲੋ ਭੂਲੋ, ਮਤ ਧਰਮ ਭੂਲੋ ਭੂਲੋ, ਮਤ ਪਰਮ ਭੂਲੋ ਭੂਲੋ। ਗੁਣ ਕਹੇ ਨਾਨਕ, ਗੁਣ ਕਹੇ ਨਾਨਕ, ਗੁਣ ਕਹੇ। ਹਰ ਹਰੇ ਹਰ ਹਰੇ, ਹਰ ਹਰੇ ਹਰ ਹਰੇ, ਹਰ ਹਰੇ ਹਰ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਬ ਕਲੂ। ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰ ਗੁਰ ਪੂਰਾ ਰਾਧੋ। ਭਈ ਪੂਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਚੇਤੇ ਰੱਖਿਆ ਕਰੋ। ਸਭ ਕਿਲ ਵਿਖ ਪਾਪ ਗਵਾਇਆ। ਜਿਹੜਾ ਪੂਰੇ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਦਾ ਉਹਦਾ ਸਾਰਾ ਪਾਪ ਨਾਸ਼ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਸਹਿਜ ਆਨੰਦ ਹੋਆ ਵਡ ਭਾਗੀ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਦਾ ਹੈ, ਹਜ਼ੂਰ ਕਹਿੰਦੇ ਨੇ ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ, ਉਹ ਵਡਭਾਗੀ ਬਣ ਜਾਂਦਾ ਹੈ। ਮਨ ਹਰ ਹਰ ਮੀਠਾ ਲਾਇਆ। ਜਿਹੜਾ ਪੂਰੇ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਦਾ ਉਹਨੂੰ ਰੱਬ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜਨ ਕਹਿ ਨਾਨਕ ਲਾ ਪਹਿਲੀ, ਆਰੰਭ ਕਾਜ ਰਚਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਦੋਂ ਪਰਮੇਸ਼ਰ ਨਾਲ ਜੁੜਨ ਵਾਸਤੇ, ਪਰਮੇਸ਼ਰ ਦੇ ਮਿਲਾਪ ਵਾਸਤੇ ਬੰਦਾ ਨਾਮ ਜਪਣਾ ਸ਼ੁਰੂ ਕਰ ਦੇ, ਬਸ ਇਹੀ ਹੈ ਸਾਡੀਆਂ ਜੀਵ ਇਸਤਰੀਆਂ ਦੀ ਪ੍ਰਭੂ ਦੇ ਨਾਲ ਪਰਮੇਸ਼ਰ ਨਾਲ ਪਹਿਲੀ ਲਾਮ। ਹਰ ਦੂਜੜੀ ਲਾਮ। ਮਹਾਰਾਜ ਕਹਿੰਦੇ ਨੇ ਦੂਸਰੀ ਸੋਹਣੀ ਲਾਮ ਕਿਹੜੀ ਹੈ? ਪਰਮੇਸ਼ਰ ਦੇ ਨਾਲ। ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਹਜ਼ੂਰ ਕਹਿੰਦੇ ਨੇ ਜਦੋਂ ਬੰਦਾ ਰੱਬ ਦਾ ਨਾਮ ਜਪੇ ਫਿਰ ਇਹਨੂੰ ਗੁਰੂ ਦਾ ਮਿਲਾਪ ਹੁੰਦਾ ਹੈ। ਜਦੋਂ ਸਾਨੂੰ ਗੁਰੂ ਮਿਲ ਜਾਏ, ਗੁਰੂ ਨਾਲ ਮਿਲਾਪ ਹੋ ਜੇ, ਸਮਝ ਲਓ ਵੀ ਇਹ ਸਾਡੀ ਦੂਸਰੀ ਲਾਮ ਹੈ। ਸਾਧ ਸੰਗਤ ਵਿਆਹ ਵੀ ਕਰ ਲਿਆ, 4 ਲਾਵਾਂ ਵੀ ਪੜ੍ਹ ਲਈਆਂ, ਪਰ ਗੁਰੂ ਦਾ ਮਿਲਾਪ ਅਸੀਂ ਫੇਰ ਨਹੀਂ ਕਰਦੇ, ਭਾਵ ਕਿ ਅੰਮ੍ਰਿਤ ਪਾਨ ਨਹੀਂ ਕਰਦੇ। ਜਿੰਨਾ ਚਿਰ ਅੰਮ੍ਰਿਤ ਪਾਨ ਸਿੱਖ ਨਹੀਂ ਕਰਦਾ, ਸਮਝ ਲਓ ਇਹਦੀ ਦੂਸਰੀ ਲਾਮ ਨਹੀਂ ਪੂਰੀ ਹੋਈ। ਨਾਮ ਤੇ ਜਪਦਾ ਹੈ, ਗੁਰਦੁਆਰੇ ਆਉਂਦਾ ਹੈ, ਸੰਗਤ ਵਿੱਚ ਆਉਂਦਾ ਹੈ, ਬਾਣੀ ਪੜ੍ਹਦਾ, ਪਰ ਜੇ ਅੰਮ੍ਰਿਤ ਨਹੀਂ ਛਕਿਆ ਤੇ ਪਹਿਲੀ ਲਾਮ ਤੋਂ ਅੱਗੇ ਦੂਸਰੀ ਲਾਮ ਸ਼ੁਰੂ ਨਹੀਂ ਹੋਣੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਦੂਜੀ ਲਾਮ ਉਦੋਂ ਸ਼ੁਰੂ ਹੁੰਦੀ ਹੈ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ। ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਏ, ਉਹਦੇ ਸਾਰੇ ਡਰ ਲੱਥ ਜਾਂਦੇ ਹਨ, ਉਹ ਬੰਦਾ ਨਿਰਭਉ ਹੋ ਜਾਂਦਾ ਹੈ। ਹਉਮੈ ਮੈਲ ਗਵਾਇਆ ਬਲਰਾਮ ਜੀਓ। ਉਹਦੇ ਅੰਦਰ ਹਉਮੈ ਦੀ ਮੈਲ ਲੱਥ ਜਾਂਦੀ ਹੈ, ਹਉਮੈ ਦੀ ਮੈਲ ਧੁੱਪ ਜਾਂਦੀ ਹੈ। ਸਾਧ ਸੰਗਤ
श्री गुरु नानक साहब जी का पावन बचन है। हजूर कहते ने मरे सवे जन ये हौमै बिखिया जिन हर परम मिल ना दिती है। बाबा नानक जी कहते ने एक हौमै है जिहड़ी सानू रब नाल नहीं मिल दिंदी, साडी रब नालों दूरी पाई रखदी है। बाबा नानक जी कहते ने मारो किसी तरह इस हौमै नूं, मारो इनू किसी तरह। ये करतार नालों भी विथ पाउंदी है, इस संसार नालों भी विथ पाउंदी है, इनू किसी तरह मारो। साध संगत धन गुरु नानक देव जी महाराज सच्चे पातशाह एक नगर विच गए, बड़े ध्यान नाल सुन। रात रहे सच्चे पातशाह, अगले दिन आसा दी वार दा कीर्तन होया। गुरु नानक देव जी महाराज ने रब्बी विचारा कीतियां। एक मनुख अगले पासे बैठा होया सी, वो मनुख हाथ जोड़ के कहन लगा, महाराज ये दसो कि जिन्हों तुसी करतार कहंदे हो, जिन्हों तुसी रब कहंदे हो, वो सब तो ज्यादा किहदा ख्याल रखदा है? बाबा नानक जी आखन लगे, पुरखा वो जिहड़ा रब है वो सारियां दा ख्याल रखदा है। सबना जियां का एक दाता सो मैं विसर न जाए। उस बंदे ने चिट्टी पोशाक पाई, चिट्टी पग बद्धी हुई, शाहूकार सी। वो कहन लगा, महाराज मैं तुहाडी गल समझदा, पर मैं ये पुछदा भी जिन्हों करतार कहंदे हो वो रब सब तो ज्यादा किहदा ख्याल रखदा है? बाबा नानक जी आखन लगे, पुरखा देखे कीता अपना तर कच्ची पक्की सारी है। भावें को कच्चा है, पक्का है, पापी है, पुण्य, रब सारिआं नूं रोजी दिंदा है। वो शाहूकार आखन लगा, महाराज मैं तुहाडी गल समझना, पर ये दसो जिहड़ा रब है सब तो ज्यादा किहदा ख्याल रखदा है? तो गुरु नानक देव जी कहते ने, चित्तै अंदर सब को वेख नदरी हेठ चलाइंदा। बाबा नानक जी कहन लगे, पुरखा मेरा रब सारिआं दा चेता रखदा है। हुण ते असीं एक एक बच्चे तक आ गए, पहला 5-5 6-6 बच्चे हुंदे सन। जे कोई बच्चा बाहर गया होना तो मां ने उहदे वास्ते चीज़ वखरी रख लैनी, वो अपने हर बच्चे का चेता रखती है। धन गुरु नानक देव जी महाराज कहते ने, जिवें मां नूं बच्चे का चेता नहीं भुलदा, इस तरह चित्तै अंदर सब को वेख नदरी हेठ चलाइंदा। वो बंदा आखन लगा, महाराज तुहाडी गल ठीक है, पर मैं पुछदा भी रब सब तो ज्यादा किहदा ख्याल रखदा है? भाई मरदाना वेखदा भी गुरु जी कहंदे ने रब सारिआं दा ख्याल रखदा है, पर वो बंदा कहंदा जी रब सब तो ज्यादा किहदा ख्याल रखदा? फिर बाबा नानक जी आखन लगे, पुरखा तू काम की करदा हुंदा? कहंदा जी मैं शाहूकार हां। हजूर कहंदे ने, कित्थे चलदा तेरा शाहूकारा? कहंदा जी मैं बैल गड्डी ते तुर फिर के सौदा वेचदा हां, ਜਿਹੜੇ ਪਿੰਡ ਰਾਤ ਪੈ ਜੇ ਮੈਂ ਉੱਥੇ ਰਹਿ ਪੈਂਦਾ ਹਾਂ। ਰਾਤੀ ਇਸ ਪਿੰਡ ਹਨੇਰਾ ਹੋ ਗਿਆ, ਮੈਂ ਇਸ ਪਿੰਡ ਵਿੱਚ ਰਹਿ ਪਿਆ। ਮਹਾਰਾਜ ਕਹਿੰਦੇ, ਜਦੋਂ ਤੂੰ ਸੌਦਾ ਤੋਲ ਕੇ ਦੇਣਾ ਹੈ ਤੇ ਕਾਹਦੇ ਨਾਲ ਸੌਦਾ ਤੋਲ ਕੇ ਦੇਣਾ? ਇਹ ਸ਼ਾਹੂਕਾਰ ਆਖਣ ਲੱਗਾ, ਜੀ ਮੇਰੇ ਕੋਲ ਵੱਟੇ ਨੇ। ਮਹਾਰਾਜ ਕਹਿੰਦੇ ਨੇ, ਕਿੱਥੇ ਹਨ ਵੱਟੇ? ਲੈ ਕੇ ਆ। ਜਿਸ ਘਰ ਵਿੱਚ ਸ਼ਾਹੂਕਾਰ ਰਾਤ ਠਹਿਰਿਆ ਸੀ, ਆਪਣੇ ਨੌਕਰ ਨੂੰ ਘੱਲਿਆ ਵੀ ਜਾ ਵੱਟਿਆਂ ਵਾਲਾ ਥੈਲਾ ਲੈ ਕੇ ਆ। ਵੱਟੇ ਥੈਲੇ ਵਿੱਚੋਂ ਬਾਹਰ ਕੱਢ ਕੇ ਆਖਣ ਲੱਗਾ ਸ਼ਾਹੂਕਾਰ, ਮਹਾਰਾਜ ਇਹ 10 ਸੇਰ ਦਾ ਵੱਟਾ ਹੈ, ਮਹਾਰਾਜ ਇਹ 5 ਸੇਰ ਦਾ ਵੱਟਾ ਹੈ, ਇਹ 2 ਸੇਰ ਦਾ, 1 ਸੇਰ ਦਾ, ਅੱਧੇ ਸੇਰ ਦਾ। ਮਹਾਰਾਜ ਕਹਿੰਦੇ ਨੇ, ਸ਼ਾਹੂਕਾਰਾ ਵੀ ਇਹ 10 ਸੇਰ ਦਾ ਵੱਟਾ ਹੋ ਗਿਆ, 5 ਦਾ, 2 ਦਾ, 1 ਦਾ, ਅੱਧੇ ਦਾ। ਸ਼ਾਹੂਕਾਰਾਂ ਦੇ ਕੋਲ ਕਈ ਸੌਦੇ ਬੜੇ ਕੀਮਤੀ ਹੁੰਦੇ ਹਨ ਤੇ ਉਹ ਸੌਦੇ ਬੜੇ ਬਰੀਕ ਹੁੰਦੇ ਹਨ। ਪੁਰਖਾ ਜੇ ਕਿਸੇ ਨੇ ਤੋਲਿਆਂ ਵਿੱਚ ਸੌਦਾ ਲੈਣਾ ਹੋਵੇ ਤੇ ਉਹ ਤੇਰੇ ਕੋਲ ਵੱਟਾ ਹੈ ਕਿ ਨਹੀਂ? ਕਹਿੰਦਾ ਜੀ ਮੇਰੇ ਕੋਲ ਤੋਲਿਆਂ ਵਿੱਚ ਵੀ ਵੱਟਾ ਹੈ। ਮਹਾਰਾਜ ਕਹਿੰਦੇ ਨੇ, ਕਿੱਥੇ ਹੈ ਉਹ ਤੋਲਿਆਂ ਵਾਲਾ ਵੱਟਾ? ਜਿਹੜਾ ਵੱਟਾ ਮਾਸਿਆਂ ਵਿੱਚ ਹੋਵੇ, ਤੋਲਿਆਂ 'ਚ ਹੋਵੇ, ਉਹ ਕਿੱਥੇ ਹੈ? ਜੇਬ ਵਿੱਚ ਹੱਥ ਪਾ ਕੇ ਇੱਕ ਵੱਟਾ ਕੱਢਿਆ ਪਿੱਤਲ ਦਾ। ਕਹਿਣ ਲੱਗਾ, ਮਹਾਰਾਜ ਆ ਵਾ ਮੇਰੇ ਕੋਲ ਪਿੱਤਲ ਦਾ ਵੱਟਾ ਜਿਹੜਾ ਤੋਲਿਆਂ ਵਿੱਚ ਹੈ। ਬਾਬਾ ਨਾਨਕ ਜੀ ਆਖਣ ਲੱਗੇ, ਪੁਰਖਾ ਇਹ ਸਾਰੇ ਵੱਟੇ ਤੂੰ ਥੈਲੇ ਵਿੱਚ ਰੱਖੇ ਨੇ, ਪਰ ਇਹ ਜਿਹੜਾ ਸਭ ਤੋਂ ਛੋਟਾ ਵੱਟਾ ਇਹਨੂੰ ਤੂੰ ਜੇਬ 'ਚ ਕਿਉਂ ਪਾਇਆ ਹੋਇਆ ਹੈ? ਸ਼ਾਹੂਕਾਰ ਆਖਣ ਲੱਗਾ, ਮਹਾਰਾਜ ਇਹ ਛੋਟਾ ਬਹੁਤ ਹੈ, ਮਹਾਰਾਜ ਮੈਂ ਇਹਨੂੰ ਕੋਲ ਹੀ ਰੱਖਣਾ ਵੀ ਕਿਤੇ ਗਵਾਚ ਨਾ ਜਾਏ, ਇਹ ਛੋਟਾ ਬਹੁਤ ਹੈ, ਹਰ ਵੇਲੇ ਮੈਂ ਆਪਣੇ ਕੋਲ ਹੀ ਇਹਨੂੰ ਰੱਖਣਾ। ਬਾਬਾ ਨਾਨਕ ਜੀ ਆਖਣ ਲੱਗੇ, ਪੁਰਖਾ ਮੇਰੇ ਰੱਬ ਦਾ ਵੀ ਇਹੀ ਸੁਭਾਅ ਹੈ,
ਜਿਹੜਾ ਬੰਦਾ ਆਪਣੇ ਆਪ ਨੂੰ ਬੜਾ ਛੋਟਾ ਸਮਝਦਾ ਹੈ, ਆਪਣੇ ਆਪ ਨੂੰ ਕੋਈ ਬੰਦਾ ਨੀਵਾਂ ਸਮਝਦਾ ਹੈ, ਮੇਰਾ ਰੱਬ ਵੀ ਉਹਦੀ ਇਸੇ ਤਰ੍ਹਾਂ ਸੰਭਾਲ ਕਰਦਾ ਹੈ। ਮੇਰਾ ਰੱਬ ਵੀ ਉਹਨੂੰ ਆਪਣੇ ਕੋਲ ਇਸ ਤਰ੍ਹਾਂ ਰੱਖਦਾ ਹੈ। ਤੇ ਗਰੀਬ ਨਵਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਦੋਂ ਬੰਦਾ ਗੁਰੂ ਨਾਲ ਮਿਲ ਪਏ, ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖੇ, ਉਹਦੇ ਅੰਦਰ ਹਉਮੈ ਦੀ ਮੈਲ ਨਾਸ਼ ਹੋ ਜਾਂਦੀ ਹੈ। ਸਾਧ ਸੰਗਤ, ਆਨੰਦ ਕਾਰਜ ਤਨ ਇੱਕ ਸ਼ਲੋਕ ਪੜਿਆ ਜਾਂਦਾ ਬਾਬੇ ਫਰੀਦ ਦਾ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕੌਣ ਸਵੇਸੋ ਹਉ ਕਰੀ ਜਿਤ ਵਸਾਵੀ ਕੰਤ। ਉਹ ਕਿਹੜਾ ਗੁਣ ਹੈ, ਉਹ ਕਿਹੜਾ ਅੱਖਰ ਹੈ, ਕਿਹੜਾ ਮੰਤਰ ਹੈ ਜਿਹਦੇ ਨਾਲ ਪਤੀ ਵਸ ਵਿੱਚ ਹੋ ਜਾਏ। ਉਹ ਕਿਹੜਾ ਵੇਸ ਹੈ ਜਿਹੜਾ ਵੇਸ ਧਾਰਿਆ ਪ੍ਰਭੂ ਮਿਲ ਪਏ। ਸਾਧ ਸੰਗਤ, ਵੇਸ ਕਹਿੰਦੇ ਨੇ ਕੱਪੜਿਆਂ ਨੂੰ। ਬਾਬਾ ਫਰੀਦ ਜੀ ਕਹਿੰਦੇ ਨੇ, ਇੱਕ ਇਸਤਰੀ ਦੂਸਰੀ ਇਸਤਰੀ ਨੂੰ ਪੁੱਛਣ ਲੱਗੀ, ਨੀ ਭੈਣੇ ਤੇਰਾ ਪਤੀ ਤੇਰੇ ਤੇ ਬੜਾ ਖੁਸ਼ ਹੈ, ਮੈਨੂੰ ਵੀ ਦੱਸ ਮੈਂ ਕਿਹੋ ਜਿਹੇ ਵਸਤਰ ਪਾਵਾਂ ਜਿਹੜਾ ਮੇਰਾ ਪਤੀ ਮੇਰੇ ਤੇ ਪ੍ਰਸੰਨ ਹੋ ਜਾਏ। ਸਾਧ ਸੰਗਤ, ਮੈਂ ਪਿੱਛੇ ਜੇਕਰ ਰਿਪੋਰਟ ਪੜ੍ਹੀ ਵੀ ਪੰਜਾਬ ਦੀ ਧਰਤੀ ਤੇ ਇੱਕ ਅਮੀਰ ਬੰਦੇ ਨੇ ਆਪਣੀ ਬੇਟੀ ਦੇ ਵਿਆਹ ਤੇ ਜਿਹੜਾ ਲਹਿੰਗਾ ਬਣਾਇਆ ਨਾ, ਉਹ 2 ਲੱਖ ਰੁਪਏ ਦਾ ਲਹਿੰਗਾ ਬਣਿਆ ਤੇ 85,000 ਰੁਪਏ ਦਾ ਪਰਸ ਆਇਆ। ਪਰਸ ਮੈਂ ਹੈਰਾਨ ਹੋਇਆ। ਸਾਧ ਸੰਗਤ, ਸਿੱਖਾਂ ਦੀਆਂ ਧੀਆਂ ਲਹਿੰਗੇ ਨਹੀਂ ਸਨ ਪਾਉਂਦੀਆਂ ਹੁੰਦੀਆਂ, ਸਿੱਖਾਂ ਦੀਆਂ ਧੀਆਂ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਸਨ ਕਰਦੀਆਂ ਹੁੰਦੀਆਂ। ਅੱਜ ਸਾਧ ਸੰਗਤ, ਮੈਨੂੰ ਮਾਫ ਕਰਨਾ, ਅਸੀਂ ਬਾਬੇ ਨਾਨਕ ਜੀ ਦੇ ਵਿਆਹ ਪੁਰਬ ਤੇ ਬੈਠੇ ਹਾਂ। ਅੱਜ ਜਿਹੜਾ ਵਿਆਹ ਨੂੰ ਗੁਰੂ ਨਾਨਕ ਸਾਹਿਬ ਨੇ ਆਨੰਦ ਕਾਰਜ ਦਾ ਨਾਮ ਦਿੱਤਾ ਸੀ ਨਾ, ਗੁਰੂ ਰਾਮਦਾਸ ਜੀ ਨੇ, ਅਸੀਂ ਉਹ ਆਨੰਦ ਕਾਰਜ ਦਾ ਸਤਿਆਨਾਸ਼ ਕੁੱਟ ਕੇ ਰੱਖ ਦਿੱਤਾ। ਅਸੀਂ ਆਨੰਦ ਕਾਰਜ ਸਾਹਿਬ ਸਮਝ ਇਸ ਤਰ੍ਹਾਂ ਜਾਪਦਾ, ਕੋਈ ਵਿਰਲਾ ਹੀ ਪਰਿਵਾਰ ਹੋਏਗਾ ਕਰਮਾਂ ਵਾਲਾ ਜਿਹੜਾ ਆਨੰਦ ਕਾਰਜ ਨੂੰ ਆਨੰਦ ਕਾਰਜ ਸਮਝਦਾ ਹੋਵੇ। ਨਹੀਂ ਤੇ ਇਹ ਆਨੰਦ ਕਾਰਜ 4 ਲਾਵਾਂ ਦੇ ਪਾਠ ਨੂੰ ਕਹਿੰਦੇ ਸਨ। ਜਿਹਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਸੀ, ਖਿਮਾ ਕਰਨੀ, ਅੱਜ ਉਹ ਆਨੰਦ ਕਾਰਜ ਖਾਣ ਪੀਣ ਤੱਕ ਸੀਮਿਤ ਰਹਿ ਗਿਆ ਹੈ। ਉਹ ਆਨੰਦ ਕਾਰਜ ਭੰਗੜਿਆਂ ਤੱਕ ਸੀਮਿਤ ਰਹਿ ਗਿਆ ਹੈ। ਉਹ ਆਨੰਦ ਕਾਰਜ ਅੱਜ ਬਿਊਟੀ ਪਾਰਲਰ ਦੇ ਨਾਲ ਬਸ ਉੱਥੋਂ ਤੱਕ ਹੀ ਸੀਮਿਤ ਰਹਿ ਗਿਆ ਹੈ। ਸਾਧ ਸੰਗਤ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਨਾ ਦੁਖੀ ਹਿਰਦੇ ਨਾਲ ਵੀ ਕੋਈ ਵਿਰਲਾ ਪਰਿਵਾਰ ਹੋਏਗਾ, ਵਿਆਹ ਤੋਂ ਪਹਿਲਾਂ ਜਿਹੜੀ ਕੁੜੀ, ਜਿਹੜੀ ਲੜਕੀ, ਜਿਹੜੀ ਕੰਨਿਆ 22-23 ਸਾਲ ਕੇਸਾਂ ਦੀ ਬੇਅਦਬੀ ਨਹੀਂ ਕਰਦੀ, ਸਹੁਰੇ ਘਰ ਘੱਲਣ ਤੋਂ ਪਹਿਲਾਂ ਆਪ ਹੀ ਉਹਨੂੰ ਅਸੀਂ ਕੇਸਾਂ ਦੀ ਬੇਅਦਬੀ ਕਰਨ ਵਾਸਤੇ ਲੈ ਗਏ। ਸਾਧ ਸੰਗਤ, ਹਜ਼ੂਰ ਕਹਿੰਦੇ ਨੇ ਇਹਨਾਂ ਰੀਤਾਂ ਤੋਂ ਬਚਣਾ ਚਾਹੀਦਾ ਹੈ। ਫਿਰ ਕਹਿੰਦੇ ਨੇ ਜੀ 15,000 ਰੁਪਇਆ ਅਸੀਂ ਦਿੱਤਾ ਹੈ ਬਿਊਟੀ ਪਾਰਲਰ ਵਾਲੇ ਨੂੰ ਵੀ ਕੁੜੀ ਨੂੰ ਤਿਆਰ ਕਰਨ ਵਾਸਤੇ, ਭਾਵੇਂ 50,000 ਰੁਪਇਆ ਦੇ ਦਿਓ ਕਿਸੇ ਬਿਊਟੀ ਪਾਰਲਰ ਵਾਲੇ ਨੂੰ, ਪਰ ਪਹਿਲਾਂ ਚਾਚੀਆਂ ਤਾਈਆਂ ਤਿਆਰ ਕਰਦੀਆਂ ਸਨ, ਭੈਣਾਂ ਭਰਜਾਈਆਂ ਤਿਆਰ ਕਰਦੀਆਂ ਸਨ, ਸਹੇਲੀਆਂ ਤਿਆਰ ਕਰਦੀਆਂ ਸਨ। ਅੱਜ ਕੁੜੀ ਤੇ ਤਿਆਰ ਹੋ ਗਈ 20,000 ਰੁਪਇਆ ਦੇ ਕੇ, ਪਰ ਜਿਹੜੀਆਂ ਰੀਝਾਂ ਨਾਲ ਕੁੜੀ ਨੂੰ ਤਿਆਰ ਕੀਤਾ ਜਾਂਦਾ ਸੀ, ਉਹ ਰੀਝਾਂ ਅਲੋਪ ਹੋ ਰਹੀਆਂ ਹਨ। ਮੈਂ ਇੱਕ ਵਿਆਹ ਵਿੱਚ ਗਿਆ, ਮੈਂ ਉਹ ਇਸ ਕਰਕੇ ਸਾਂਝੀ ਕਰ ਲੱਗਾ ਗੱਲ ਵੀ ਕੁੜੀ ਦੇ ਲਾਗੇ ਮਾਂ ਨੂੰ ਵੀ ਨਹੀਂ ਆਉਣ ਦਿੱਤਾ, ਕੁੜੀ ਦੇ ਲਾਗੇ ਉਹਦੇ ਪਿਤਾ ਨੂੰ ਨਹੀਂ ਆਉਣ ਦਿੱਤਾ। ਮੈਂ ਪੁੱਛਿਆ ਵੀ ਇਹ ਕਾਰਨ ਕੀ ਹੈ, ਵੀ ਕੁੜੀ ਦੀ ਮਾਂ ਉਧਰ ਜਾਂਦੀ ਹੈ ਕੁੜੀ ਨੂੰ ਮਿਲਣ ਵਾਸਤੇ, ਮਾਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾਂਦਾ ਔਰ ਪਿਤਾ ਨੂੰ ਕਿਉਂ ਮਿਲਣ ਨਹੀਂ ਦਿੱਤਾ ਜਾਂਦਾ? ਕਹਿੰਦੇ ਜੀ ਇਸ ਕਰਕੇ ਵੀ ਜੇ ਕੁੜੀ ਰੋ ਪਈ, ਇਹਦੇ ਅਥਰੂ ਡਿੱਗ ਪਏ ਤੇ ਬਿਊਟੀ ਪਾਰਲਰ ਵਾਲੀ ਨੇ ਜਿਹੜੀ ਮਿਹਨਤ ਕੀਤੀ, ਮਿਹਨਤ ਖਰਾਬ ਹੋ ਜਾਣੀ। ਅਥਰੂਆਂ ਨਾਲ ਉਹ ਜਿਹੜਾ ਹਾਰ ਸ਼ਿੰਗਾਰ ਕੀਤਾ ਨਾ ਖਰਾਬ ਹੋ ਜਾਣਾ। ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਕਹਿਣਾ ਵੀ ਜਿਹੜੀ ਰੀਤ ਮਾਂ ਦਾ ਪਿਆਰ ਖੋਹ ਲੈ, ਜਿਹੜੀ ਰੀਤ ਪਿਓ ਦਾ ਪਿਆਰ ਖੋਹ ਲੈ, ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰਿਆ। ਉਸ ਰੀਤ ਨੂੰ ਅੱਗ ਲਾ ਦਿਓ ਜਿਹੜੀ ਰੀਤ ਸਾਨੂੰ ਮਾਤਾ ਪਿਤਾ ਦੇ ਪਿਆਰ ਨਾਲੋਂ ਦੂਰ ਕਰੇ। ਸਾਧ ਸੰਗਤ, ਹਜੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਇਹ ਜਿਹੜਾ ਤੂੰ ਨਿਮਰਤਾ ਵਾਲਾ ਗੁਣ ਧਾਰਨ ਕਰ, ਪਰ ਮੇਰੀਆਂ ਭੈਣਾਂ ਉਸ ਵੇਲੇ ਪੇਸ਼ ਨਹੀਂ ਜਾਣ ਦਿੰਦੀਆਂ। ਜਦੋਂ ਕੋਈ ਵਿਆਹ ਸ਼ਾਦੀ ਆਉਂਦੀ ਆ ਨਾ, ਤੇ ਜੇ ਕੋਈ ਘਰ ਦਾ ਬੰਦਾ ਸਿਆਣਾ ਰੋਕੇ, ਬਾਪੂ ਤੈਨੂੰ ਨਹੀਂ ਪਤਾ ਅੱਜ ਕੱਲ ਦੇ ਰਿਵਾਜ ਦਾ, ਬਾਪੂ ਤੈਨੂੰ ਨਹੀਂ ਪਤਾ ਅੱਜ ਕੱਲ ਦੇ ਫੈਸ਼ਨਾਂ ਦਾ। ਨਾ ਭਾਈ, ਇਹ ਜਿਹੜਾ ਧਰਮ ਹੈ ਇਹ ਫੈਸ਼ਨ 'ਚ ਨਹੀਂ ਆਉਂਦਾ ਹੁੰਦਾ। ਮੈਂ ਇੱਕ ਵਿਆਹ ਵਿੱਚ ਗਿਆ, ਮੈਂ ਹੈਰਾਨ ਹੋਇਆ
ਵੀ ਅਸੀਂ ਜਿਉਂ ਬੈਠੇ ਬਰਾਤੀ ਜਿਉਂ ਬੈਠੇ ਤੇ ਇੱਕ ਸਿੰਘ ਉੱਠ ਕੇ ਗਿਆ, ਉਹ ਕਹਿਣ ਲੱਗਾ ਭਾਈ ਜੀ ਤੁਸੀਂ ਆਨੰਦ ਕਾਰਜ ਕਿਉਂ ਨਹੀਂ ਕਰਾਉਂਦੇ? ਉਹ ਕਹਿੰਦਾ ਵੀ ਅਜੇ ਕੁੜੀ ਜਿਹਦਾ ਆਨੰਦ ਕਾਰਜ ਹੈ ਨਾ ਬਿਊਟੀ ਪਾਰਲਰ ਤੋਂ ਨਹੀਂ ਆਈ। ਸਾਧ ਸੰਗਤ ਵੇਖੋ ਆਨੰਦ ਕਾਰਜ ਭਾਵੇਂ ਲੇਟ ਹੋ ਜਾਏ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਲੜਕੀਆਂ ਨੂੰ ਲੈ ਕੇ ਨਾ ਕੇਸਾਂ ਦੀ ਬੇਅਦਬੀ ਕਰੋ, ਲੜਕੀਆਂ ਨੂੰ ਖੜ ਕੇ ਉੱਥੇ ਨਾ ਆਪ ਜਿਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਨੰਦ ਕਾਰਜ ਹੋਣਾ ਸੀ ਉਸ ਗੁਰੂ ਦੀ ਸਿੱਖੀ ਨੂੰ ਸਭ ਤੋਂ ਪਹਿਲਾਂ ਕਤਲ ਕੀਤਾ। ਹਜ਼ੂਰ ਕਹਿੰਦੇ ਨੇ ਭਾਈ ਪਰਮੇਸ਼ਰ ਦਾ ਨਾਮ ਜਪੋਗੇ ਹਉਮੈ ਦੀ ਮੈਲ ਧੁੱਪ ਜਾਏਗੀ, ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਹੁਣ ਅਸੀਂ ਸ਼ਬਦੀ ਅਰਥ ਕਰਾਂਗੇ। ਹਜ਼ੂਰ ਕਹਿੰਦੇ ਨੇ ਫਿਰ ਉਹਦੇ ਅੰਦਰ ਆਦਰ ਮਾਣ ਪੈਦਾ ਹੁੰਦਾ ਹੈ, ਰੱਬ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ। ਹਰ ਵੇਖੈ ਰਾਮ ਹਦੂਰੇ, ਜਦੋਂ ਗੁਰੂ ਦਾ ਮਿਲਾਪ ਹੋ ਜੇ ਫਿਰ ਹਰ ਪਾਸੇ ਰੱਬ ਹੀ ਵਿਖਾਈ ਦਿੰਦਾ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਉਹਨੂੰ ਹਰ ਪਾਸੇ ਪਰਮਾਤਮਾ ਦਾ ਪਸਾਰਾ ਵਿਖਾਈ ਦਿੰਦਾ ਹੈ। ਸਰਬ ਰਿਆ ਭਰਪੂਰੇ, ਉਹਨੂੰ ਹਰ ਥਾਂ ਰੱਬ ਵਿਆਪਕ ਹੋਇਆ ਵਿਖਾਈ ਦਿੰਦਾ ਹੈ। ਅੰਤਰ ਬਾਹਰ ਹਰ ਪ੍ਰਵੇ ਕੋ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਗੁਰੂ ਦਾ ਮਿਲਾਪ ਹੋ ਜੇ ਉਹਨੂੰ ਅੰਦਰ ਬਾਹਰ ਹਰ ਥਾਂ ਇੱਕ ਪਰਮੇਸ਼ਰ ਹੀ ਵਿਖਾਈ ਦਿੰਦਾ ਹੈ। ਮਿਲ ਹਰ ਜਨ ਮੰਗਲ ਗਾਏ, ਜਿਹਦੇ ਤੇ ਗੁਰੂ ਕਿਰਪਾ ਕਰਦਾ ਉਹ ਸਤ ਸੰਗ ਵਿੱਚ ਆਉਂਦਾ ਹੈ, ਸਤ ਸੰਗੀਆਂ ਦੇ ਨਾਲ ਬੈਠ ਕੇ ਫਿਰ ਉਹਦੇ ਗੁਣ ਗਾਉਂਦਾ ਹੈ। ਜਨ ਨਾਨਕ ਦੂਜੀ ਲਾਭ ਚਲਾਏ, ਅਨਹਦ ਸ਼ਬਦ ਵਜਾਏ। ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦਾ ਮਿਲਾਪ ਹੋ ਜੇ ਫਿਰ ਇੱਕ ਅਨਹਦ ਸ਼ਬਦ ਅੰਦਰ ਵੱਜਦਾ ਹੈ, ਭਾਵ ਕਿ ਪਰਮੇਸ਼ਰ ਦਾ ਸਿਮਰਨ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ। ਹਰ ਤੀਜੜੀ ਲਾਭ ਮਨ ਚਉ ਭਇਆ ਬਿਰਾਗੀਆ ਬਲਰਾਮ ਜੀਓ। ਹਜ਼ੂਰ ਕਹਿੰਦੇ ਨੇ ਜਦੋਂ ਤੀਜੀ ਲਾਮ ਪਤਾ ਕਿਹਨੂੰ ਕਹਿੰਦੇ ਨੇ? ਮਨ ਵਿੱਚ ਚਾਹ ਪੈਦਾ ਹੋਵੇ, ਮਨ ਵਿੱਚ ਵਿਰਾਗ ਪੈਦਾ ਹੋਵੇ, ਪਰਮੇਸ਼ਰ ਨੂੰ ਮਿਲਣ ਵਾਸਤੇ ਮਨ ਵਿਰਾਗੀ ਹੋ ਜਾਏ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨੇਤਰ ਸਦਾ ਗਿੱਲੇ ਰਹਿੰਦੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹਜ਼ੂਰ ਕਹਿੰਦੇ ਨੇ ਮੈਂ ਨੀਰ ਵਹਿ ਵਹਿ ਚੱਲਿਆ ਜੀਓ। ਜਦੋਂ ਜੀਵ ਇਸਤਰੀ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦਾ ਚਾਹ ਪੈਦਾ ਹੋਏ, ਸਮਝ ਲਓ ਵੀ ਇਹ ਪਰਮੇਸ਼ਰ ਨਾਲ ਤੀਸਰੀ ਲਾਮ ਹੈ। ਸੰਤ ਜਨ ਹਰ ਮੇਲ, ਮਹਾਰਾਜ ਫਿਰ ਸੰਗਤ ਵਿੱਚ ਆਣ ਕੇ ਮਿਲਦੀ ਹੈ। ਹਰ ਪਾਇਆ ਬੜ ਭਾਗੀਆਂ ਬਲਰਾਮ ਜੀਓ, ਵੱਡਿਆਂ ਭਾਗਾਂ ਵਾਲੀ ਹੈ ਉਹ ਇਸਤਰੀ, ਉਹਨੂੰ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਫਿਰ ਉਹਨੂੰ ਉਹ ਪਰਮੇਸ਼ਰ ਮਿਲਦਾ ਜਿਹੜਾ ਨਿਰਮਲ ਹੈ, ਪਰਮੇਸ਼ਰ ਦਾ ਗੁਣ ਗਾਉਂਦੀ ਰਹਿੰਦੀ ਹੈ ਉਹ ਇਸਤਰੀ। ਮੁਖ ਬੋਲੀ ਹਰ ਬਾਣੀ, ਉਹ ਮੁਖ ਤੋਂ ਹਰੀ ਦੀ ਬਾਣੀ ਨੂੰ ਬੋਲਦੀ ਹੈ। ਸੰਤ ਜਨਾ ਵਡ ਭਾਗੀ ਪਾਇਆ, ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲ ਕੇ ਉਹ ਵਡਭਾਗੀ ਬਣ ਜਾਂਦੀ ਹੈ ਜੀਵ ਇਸਤਰੀ। ਹਰ ਕਥਿਐ ਕਥ ਕਹਾਣੀ, ਹਜ਼ੂਰ ਕਹਿੰਦੇ ਨੇ ਹੇ ਭਾਈ ਉਹਦੀ ਕਥਾ ਕਰਨੀ ਚਾਹੀਦੀ ਹੈ ਜਿਹੜਾ ਅਕਥ ਹੈ, ਭਾਵ ਕਿ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹਿਰਦੈ ਹਰ 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 ਤੁਣ ਉਪਜੀ, ਉਹਦੇ ਅੰਦਰ ਇੱਕ ਬੜੀ ਰੌਂ ਜੀ ਚੱਲੀ ਰਹਿੰਦੀ ਹੈ, ਉਹਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਧੁਨ ਚੱਲਦੀ ਰਹਿੰਦੀ ਹੈ। ਹਰ ਜਪੀਐ ਮਸਤਕ ਭਾਗ ਜਿਓ, ਜੇ ਮਸਤਕ ਦੇ ਭਾਗ ਉਗੜਾਉਣ ਬੰਦਾ ਪਰਮੇਸ਼ਰ ਦਾ ਨਾਮ ਜਪਦਾ ਹੈ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜਿਓ। ਜਦੋਂ ਮਨ ਵਿੱਚ ਵਿਰਾਗ ਪੈਦਾ ਹੋਏ, ਚਾਹ ਪੈਦਾ ਹੋਵੇ, ਰੱਬ ਨੂੰ ਮਿਲਦਾ ਸਮਝ ਲਓ ਤੁਹਾਡੀ ਤੀਸਰੀ ਲਾਮ ਹੋ ਗਈ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਹਜ਼ੂਰ ਕਹਿੰਦੇ ਚੌਥੀ ਲਾਮ ਕਿਹਨੂੰ ਕਹਿੰਦੇ ਨੇ? ਜਦੋਂ ਬੰਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ, ਬੰਦੇ ਦਾ ਕਾਲਾਪਣ ਹਟ ਜਾਂਦਾ ਹੈ, ਐਨ ਅਡੋਲ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਜਿਸ ਅਵਸਥਾ ਤੇ ਜਾ ਕੇ ਭਾਈ ਮਣੀ ਸਿੰਘ ਜੀ ਹੋਰਾਂ ਨੇ ਬੰਦ ਕਟਵਾ ਲਏ, ਭਾਈ ਤਾਰੂ ਸਿੰਘ ਹੋਰਾਂ ਨੇ ਖੋਪੜ ਲਵਾ ਲਏ, ਉਹ ਫਿਰ ਚੌਥੀ ਲਾਮ ਉਹਨੂੰ ਕਹਿੰਦੇ ਨੇ। ਗੁਰਮੁਖ ਮਿਲਿਆ ਸੁਭਾਏ, ਗੁਰੂ ਦੇ ਚਰਨ ਲਾ ਕੇ ਉਹਨੂੰ ਪ੍ਰੇਮ ਚ ਟਿਕ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ। ਮਨ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਉਹਦੇ ਮਨ ਤਨ ਨੂੰ ਰੱਬ ਮਿੱਠਾ ਲੱਗਦਾ ਹੈ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਫਿਰ ਉਸ ਜੀਵ ਇਸਤਰੀ ਨੂੰ ਰੱਬ ਮਿੱਠਾ ਲੱਗਦਾ ਹੈ, ਰੱਬ ਨੂੰ ਉਹ ਜੀਵ ਇਸਤਰੀ ਪਿਆਰੀ ਲੱਗਦੀ ਹੈ। ਭਾਵ ਕਿ ਸੇਵਕ ਨੂੰ ਰੱਬ ਪਿਆਰਾ ਲੱਗਦਾ, ਰੱਬ ਨੂੰ ਸੇਵਕ ਪਿਆਰਾ ਲੱਗਦਾ। ਮੈਂ ਇੱਕ ਕੁਰਾਨ ਦਾ ਬਚਨ ਪੜ੍ਹਿਆ ਹੈ, ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਫਜ਼ ਕੁਰਨੀ ਅਜ਼ ਕੁਰਕੁਮ,
जे तुसी मैनू प्यार करदे हो तो मैं भी तुहानू प्यार करदा। अल्लाह कहता है इसे तरह भाई जिन्हों रब प्यारा लगे रब नूं वो प्यारा लगता है। मेरे प्रभ अण दिन हर लिव लाई, हर वेले ओदी लिव लगी रहिंदी है। आखिरी पंक्ति विच मन चिंदिया फल पाया सुआमी, हुण मन चिंदिया फल प्राप्त हो जाता है। हर नाम वजी वधाई, ओदे अंदर हर वेले चढ़दी कला बनी रहिंदी है। हर वेले नाम दे नाल ओदी चढ़दी कला बनी रहिंदी है। भाव के वो जीव इस्त्री उत्साह विच रहिंदी है। हर प्रभ ठाकुर काज रचाया, जिहदा हजूर जीव इस्त्री दा परमेश्वर नाल विआह दा कारज आरंभ करदे ने। तन हिरदै नाम विगासी, जदों चौथी लाम हो जाए मनुख की परमेश्वर दे नाल हर वेले उहदे मन विच खेड़ा ही बनिया रहिंदा है। जदों हर वेले मन खेड़े विच रहे समझ लो तुहाडी चौथी लाम रब दे नाल हो गई है। जन नानक बोले चौथी लावै, हर पाया प्रभ अविनासी। हजूर कहंदे ने भाई चौथी लाम नूं बाबा नानक जी गुरु रामदास जी कहंदे ने भाई फिर प्रभु की प्राप्ति हो जाती है। पहली लाम नूं बंदे दा परमेश्वर का नाम जपन चित करदा है। दूसरी लाम जदों गुरु का मिलाप हो जाए, तीसरी लाम उन्होंने कहते हैं जदों अंदर चाह पैदा हो जाए रब नूं मिलदा, ते चौथी लाम उन्होंने कहते हैं जदों अंदर सहज अवस्था प्राप्त हो जाए। नौजवानों का सारिਆਂ ਦਾ ਧੰਨਵਾਦ। मैंबर साहब सरदार गोरा जी, वरिंदरपाल सिंह, सरदार गुरनाम सिंह होरी वो भी संगत विच बैठे हैं। सारी गुरु की साध संगत का धन्नवाद। हुण बहुत ही हरमंदर साहब का प्यारा जथा भाई जबर तोड़ सिंह जी वो आए हैं, उन्होंने तुहानूं निहाल करना। अगला प्रोग्राम सैकटरी साहब तो सरवण करो। पुला चुक्कां दी खिमा फतेह बुलाइए जी। वाहिगुरू जी का खालसा।